ਮੌਕਾ ਦਿੱਤਾ ਅੱਜ ਸਾਡੇ ਤੁਹਾਡੇ ਸਾਰਿਆਂ ਨਾਲ ਰੂਬਰੂ ਹੋਣ ਦਾ। ਮੇਰਾ ਨਾਂ ਜਿਵੇਂ ਕਿ ਭਾਜੀ ਨੇ ਦੱਸਿਆ ਅਮਨਦੀਪ ਕੌਰ ਹੈ ਤੇ ਮੈਂ ਐਜ਼ ਅ ਰਿਸਰਚ ਸਾਇੰਟਿਸਟ ਵਰਕ ਕਰ ਰਹੀ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ। ਤੇ ਉਸ ਦੇ ਨਾਲ-ਨਾਲ ਸਾਨੂੰ ਇਹ ਮੌਕਾ ਮਿਲਿਆ ਹੈ ਪ੍ਰਮਾਤਮਾ ਦੀ ਇਹ ਬਖਸ਼ਿਸ਼ ਅਸੀਂ ਸਮਝਦੇ ਹਾਂ ਕਿ ਸਾਡੀ ਲਾਈਫ 'ਚ ਭਾਜੀ ਵਰਗੇ ਇੱਕ ਬਹੁਤ ਲਰਨਡ ਪਰਸਨ ਆਏ, ਜਿਨ੍ਹਾਂ ਨੇ ਸਾਨੂੰ ਕਾਫ਼ੀ ਸਾਡੀ ਜ਼ਿੰਦਗੀ ਵਿੱਚ ਬਦਲਾਅ ਆਇਆ ਇਹਨਾਂ ਕਰਕੇ ਤੇ ਪ੍ਰਮਾਤਮਾ ਦੀ ਬਖਸ਼ਿਸ਼ ਕਰਕੇ। ਸੋ ਅੱਜ ਹੁਣ ਜਿਹੜਾ ਬੁੱਕ ਚੈਪਟਰ ਦੇ ਡਿਊਟੀ ਮੇਰੀ ਅੱਜ ਲੱਗੀ ਹੈ, ਜਿਵੇਂ ਭਾਜੀ ਨੇ ਦੱਸਿਆ ਯੂ ਕੈਨ ਵਿਨ, ਤੁਸੀਂ ਜਿੱਤ ਸਕਦੇ ਹੋ, ਸ਼ਿਵ ਖੇੜਾ ਜੀ ਦੀ ਕਿਤਾਬ ਹੈ। ਤੇ ਇਹਦਾ ਫਸਟ ਚੈਪਟਰ ਦੇ ਆਪਾਂ ਗੱਲ ਕਰਾਂਗੇ ਜਿਹਦੇ ਵਿੱਚ ਉਹਨਾਂ ਨੇ ਸਕਾਰਾਤਮਕ ਰਵੱਈਏ, ਪੋਜ਼ਿਟਿਵ ਐਟੀਟਿਊਡ ਦੀ ਗੱਲ ਕੀਤੀ ਹੈ। ਕੋਈ ਵੀ ਚੀਜ਼ ਆਪਾਂ ਕਰਦੇ ਹਾਂ ਤਾਂ ਉਹਦੇ ਲਈ ਸਾਡਾ ਰਵੱਈਆ ਕੀ ਹੁੰਦਾ, ਸਾਡੇ ਅੰਦਰ ਕੀ ਚੱਲਦਾ ਹੈ ਜਦੋਂ ਆਪਾਂ ਉਹ ਕੰਮ ਕਰਨ ਲੱਗਦੇ ਹਾਂ। ਸੋ ਉਹਦੇ ਬਾਰੇ ਸ਼ਿਵ ਖੇੜਾ ਜੀ ਦੱਸਦੇ ਨੇ। ਆਪਣੀ ਇਸ ਚੈਪਟਰ ਨੂੰ ਸ਼ੁਰੂ ਕਰਨ ਤੇ ਹੀ ਉਹ ਇੱਕ ਸਟੋਰੀ ਨਾਲ, ਕਹਾਣੀ ਨਾਲ ਸ਼ੁਰੂ ਕਰਦੇ ਨੇ। ਇੱਕ ਗੁਬਾਰੇ ਵਾਲੀ ਦੀ ਕਹਾਣੀ ਉਹ ਦੱਸਦੇ ਨੇ ਕਿ ਇੱਕ ਗੁਬਾਰੇ ਵਾਲਾ ਹੁੰਦਾ, ਉਹਦੇ ਕੋਲ 3-4 ਰੰਗ ਦੇ ਗੁਬਾਰੇ ਹੁੰਦੇ ਨੇ ਤੇ ਉਹ ਮਾਰਕੀਟ 'ਚ ਜਾਂਦਾ ਹੈ ਤੇ ਗੁਬਾਰਾ ਉਹ ਉੱਪਰ ਜਿਹੜਾ ਹੈ ਉਡਾ ਕੇ ਦਿਖਾਉਂਦਾ ਹੈ, ਜਿਹਦੇ ਨਾਲ ਬੱਚਿਆਂ ਨੂੰ ਇਹ ਬਹੁਤ ਵਧੀਆ ਲੱਗਦਾ ਕਿ ਅੱਛਾ ਕੁਛ ਚੀਜ਼ ਉੱਪਰ ਨੂੰ ਜਾ ਰਹੀ ਹੈ। ਸੋ ਬੱਚੇ ਬਹੁਤ ਖੁਸ਼ ਹੁੰਦੇ ਨੇ ਤੇ ਆ ਕੇ ਉਹਨਾਂ ਤੋਂ ਗੁਬਾਰੇ ਲੈ ਕੇ ਜਾਂਦੇ ਨੇ, ਜਿਹਦੇ ਕਰਕੇ ਜਿਹੜੀ ਉਹਨਾਂ ਦੀ ਬਿਕਰੀ ਵੱਧ ਜਾਂਦੀ ਹੈ। ਹੁਣ ਇੱਕ ਬੱਚਾ ਆਉਂਦਾ ਹੈ ਤੇ ਉਹ ਕਾਲੇ ਰੰਗ ਦਾ ਗੁਬਾਰਾ ਉਹਨਾਂ ਕੋਲ ਦੇਖਦਾ ਹੈ। ਹਜੇ ਤੱਕ ਜਿਹੜੇ ਗੁਬਾਰੇ ਸਨ ਉਹ ਹਰਾ, ਕੋਈ ਲਾਲ, ਕੋਈ ਨੀਲਾ, ਕੋਈ ਹੋਰ ਰੰਗ ਦਾ ਸੀ। ਇੱਕ ਕਾਲੇ ਰੰਗ ਦਾ ਗੁਬਾਰਾ ਹੁੰਦਾ ਤੇ ਉਹ ਬੱਚਾ ਆ ਕੇ ਪੁੱਛਦਾ ਹੈ ਕਿ ਕੀ ਅੰਕਲ ਇਹ ਵੀ ਗੁਬਾਰਾ ਉੱਡੇਗਾ? ਤੇ ਉਹਨਾਂ ਦੇ ਅੰਦਰ ਬਹੁਤ ਹੀ ਹੈਰਾਨੀਜਨਕ ਇਹ ਗੱਲ ਲੱਗਦੀ ਹੈ ਉਹਨਾਂ ਨੂੰ ਤੇ ਉਹ ਫਿਰ ਬੱਚੇ ਨੂੰ ਸਮਝਾਉਂਦੇ ਨੇ ਕਿ ਬੱਚੇ ਜਿਹੜਾ ਇਹਦਾ ਰੰਗ ਹੈ ਉਹ ਮੈਟਰ ਨਹੀਂ ਕਰਦਾ, ਜੋ ਇਹਦੇ ਅੰਦਰ ਭਰਿਆ ਹੋਇਆ ਹੈ, ਜੋ ਕਿ ਹੀਲੀਅਮ ਗੈਸ ਹੈ, ਉਹਦੇ ਕਰਕੇ ਇਹ ਉੱਪਰ ਜਾ ਰਹੇ ਨੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਸਾਡੀ ਸੋਚ ਕਿਵੇਂ ਦੀ ਹੈ, ਸਾਡੇ ਅੰਦਰ ਕੀ ਚੱਲ ਰਿਹਾ ਹੈ, ਇਹ ਡਿਟਰਮਾਈਨ ਕਰਦਾ ਹੈ ਕਿ ਅਸੀਂ ਕਿੰਨੇ ਕੁ ਆਪਣੀ ਲਾਈਫ ਵਿੱਚ ਉੱਚੇ ਜਾਵਾਂਗੇ। ਤੇ ਉਹਨਾਂ ਨੇ ਦੱਸਿਆ ਵੀ ਹੈ ਕਿ ਜੋ ਸਾਨੂੰ ਫਾਰਮਲ ਐਜੂਕੇਸ਼ਨ ਦਿੱਤੀ ਜਾ ਰਹੀ ਹੈ, ਉਹ ਬਹੁਤ ਹੀ ਉਹ 10 to 15% ਮੈਟਰ ਕਰਦੀ ਹੈ ਕਿ ਅਸੀਂ ਅੱਗੇ ਜਾਵਾਂਗੇ ਜਾਂ ਨਹੀਂ ਜਾਵਾਂਗੇ। ਜਿਵੇਂ ਉਹਨਾਂ ਨੇ ਦੱਸਿਆ ਕਿ ਕਿਤੇ ਵੀ ਆਪਾਂ ਇੰਟਰਵਿਊ ਤੇ ਜਾਂਦੇ ਆ, 15% ਮੈਟਰ ਕਰਦਾ ਹੈ ਕਿ ਆਪਣਾ ਉਸ ਦੇ ਪ੍ਰਤੀ ਨੌਲੇਜ ਕਿੰਨੀ ਹੈ। 85% ਇਹ ਮੈਟਰ ਕਰਦਾ ਹੈ ਕਿ ਆਪਣਾ ਰਵੱਈਆ ਕਿਵੇਂ ਦਾ ਹੈ, ਆਪਣਾ ਐਟੀਟਿਊਡ, ਆਪਣਾ ਕੈਰੈਕਟਰ ਕਿਵੇਂ ਦਾ ਹੈ, ਅਸੀਂ ਕਿਵੇਂ ਦਾ ਇਨਸਾਨ ਬਣ ਚੁੱਕੇ ਹਾਂ ਹੁਣ ਤੱਕ ਆਪਣੀ ਲਾਈਫ ਵਿੱਚ। ਸੋ ਉਹ ਡਿਟਰਮਾਈਨ ਕਰਦਾ ਹੈ ਸਕਸੈਸ ਨੂੰ ਸਾਡੀ ਲਾਈਫ ਵਿੱਚ। ਸੋ ਜੋ ਸਾਡਾ ਰਵੱਈਆ ਹੈ ਹੁਣ ਤੱਕ, ਅੱਜ ਦੀ ਡੇਟ 'ਚ ਜੋ ਸਾਡਾ ਰਵੱਈਆ ਹੈ ਉਹ ਕਿਵੇਂ ਬਣਿਆ, ਉਹਦੇ ਵਾਸਤੇ ਉਹ ਕਹਿੰਦੇ ਨੇ ਕਿ 3 ਚੀਜ਼ਾਂ ਦਾ ਬਹੁਤ ਹੀ ਖਾਸ ਇਹਦੇ ਵਿੱਚ ਰੋਲ ਹੈ ਕਿ ਤੁਸੀਂ ਕਿਹੋ ਜਿਹੇ ਮਾਹੌਲ ਵਿੱਚ ਤੁਹਾਡੀ ਪਰਵਰਿਸ਼ ਕਿਵੇਂ ਦੀ ਹੋਈ ਹੈ, ਤੁਸੀਂ ਸਮਾਜਿਕ ਤੌਰ ਤੇ ਕਿਹੋ ਜਿਹੇ ਮਾਹੌਲ ਤੇ ਰਹੇ ਹੋ, ਰਾਜਨੀਤਿਕ ਤੁਹਾਡਾ ਮਾਹੌਲ ਕਿਵੇਂ ਸੀ, ਤੁਸੀਂ ਕਿਹੋ ਜਿਹੇ ਸਕੂਲ 'ਚ ਪੜ੍ਹੇ ਹੋ। ਉਸ ਮਾਹੌਲ ਦਾ ਆਪਣੇ ਜਿਹੜਾ ਸਾਡਾ ਕਰੈਕਟਰ ਹੁੰਦਾ ਉਹ ਤੇ ਬਹੁਤ ਫ਼ਰਕ ਪੈਂਦਾ ਹੈ। ਦੂਜਾ ਕਿ ਅਸੀਂ ਲੋਕਾਂ ਦੇ ਨਾਲ ਸਾਰੇ ਵਿਚਰਦੇ ਆ ਤੇ ਸਾਡਾ ਲੋਕਾਂ ਪ੍ਰਤੀ ਕਿਵੇਂ ਦਾ ਰਵੱਈਆ ਹੈ ਕਿ ਜੇ ਕਿਸੇ ਦੇ ਲਾਈਫ ਵਿੱਚ ਲੋਕਾਂ ਵੱਲੋਂ ਨੈਗੇਟਿਵ ਜ਼ਿਆਦਾ ਆਇਆ ਹੋਵੇ ਤਾਂ ਉਹ ਇਹੀ ਮੰਨ ਲਏਗਾ ਕਿ ਲੋਕ ਨੈਗੇਟਿਵ ਹੁੰਦੇ ਨੇ। ਕਈਆਂ ਨੂੰ ਬਹੁਤ ਹੈਲਪ ਮਿਲੀ ਹੁੰਦੀ ਹੈ, ਉਹ ਇਹੀ ਸੋਚ ਲੈਂਦੇ ਨੇ ਕਿ ਲੋਕ ਬਹੁਤ ਚੰਗੇ ਹੁੰਦੇ ਨੇ। ਸੋ ਸਾਡਾ ਅਨੁਭਵ ਆਪਣੀ ਲਾਈਫ ਵਿੱਚ ਕਿਵੇਂ ਦਾ ਰਿਹਾ ਹੈ, ਉਹ ਮੈਟਰ ਕਰਦਾ ਹੈ। ਤੀਜਾ ਕਿ ਆਪਣਾ ਐਜੂਕੇਸ਼ਨ, ਸਿੱਖਿਆ ਕੀ ਹੈ, ਅਸੀਂ ਆਪਣੇ ਆਲੇ ਦੁਆਲੇ ਤੋਂ ਕੀ ਸਿੱਖਿਆ ਹੈ, ਸਾਡੀ ਐਜੂਕੇਸ਼ਨ ਲੈਵਲ ਕਿਵੇਂ ਦਾ ਹੈ, ਉਸ ਤੇ ਵੀ ਮੈਟਰ ਕਰਦਾ ਕਿ ਆਪਣਾ ਜਿਹੜਾ ਐਟੀਟਿਊਡ ਹੈ ਉਹ ਲਾਈਫ ਵਿੱਚ ਕਿਵੇਂ ਦਾ ਰਹੇਗਾ। ਤੇ ਉਸ ਤੋਂ ਬਾਅਦ ਲੇਖਕ ਕਹਿੰਦਾ ਹੈ ਕਿ ਜਿਹੜਾ ਕੋਈ ਵੀ ਜਿਹਦਾ ਪੋਜ਼ਿਟਿਵ ਐਟੀਟਿਊਡ ਹੋਏਗਾ, ਸਕਾਰਾਤਮਕ ਰਵੱਈਆ ਕਿਸੇ ਦਾ ਹੋਏਗਾ, ਤਾਂ ਕਿਹੋ ਜਿਹੇ ਲੋਕ ਹੁੰਦੇ ਨੇ, ਉਹ ਕੇਅਰਿੰਗ ਹੁੰਦੇ ਨੇ, ਉਹ ਦੂਜੇ ਦਾ ਖਿਆਲ ਰੱਖਣ ਵਾਲੇ ਹੁੰਦੇ ਨੇ, ਉਹ ਨਿਮਰ ਸੁਭਾਅ ਦੇ ਹੁੰਦੇ ਨੇ, ਉਹਨਾਂ ਦੇ ਅੰਦਰ ਵਿਸ਼ਵਾਸ ਬਹੁਤ ਹੁੰਦਾ ਹੈ, ਭਰੋਸਾ ਹੁੰਦਾ ਹੈ, ਆਪਣੇ ਆਪ ਤੇ ਭਰੋਸਾ ਹੁੰਦਾ ਹੈ, ਪਰਮਾਤਮਾ ਤੇ ਭਰੋਸਾ ਹੁੰਦਾ ਹੈ ਤੇ ਕੋਈ ਨਾ ਕੋਈ ਉਹ ਕਿਸੇ ਚੀਜ਼ ਤੇ ਉਹ ਸਟੈਂਡ ਕਰਦੇ ਨੇ, ਜਿਸ ਕਰਕੇ ਉਹਨਾਂ ਦੇ ਅੰਦਰ ਇਹ ਭਰੋਸਾ ਆਇਆ ਹੁੰਦਾ ਹੈ ਤੇ ਉਹਨਾਂ ਦਾ ਜਿਹੜਾ ਸੁਭਾਅ ਹੈ ਉਹ ਹੰਬਲ ਕਾਫ਼ੀ ਰਹਿੰਦੇ ਨੇ। ਸੋ ਇਹ ਜਿਹੜਾ ਚੀਜ਼ ਹੈ ਕਿ ਆਪਣੇ ਆਲੇ-ਦੁਆਲੇ ਲੋਕਾਂ ਨੂੰ ਉਹ ਸਮਝਾ ਪਾਉਂਦੇ ਨੇ ਜਾਂ ਉਹਨਾਂ ਨੂੰ ਫੀਲ ਕਰਾ ਪਾਉਂਦੇ ਨੇ ਕਿ ਉਹ ਵੀ ਉਹਨਾਂ ਦੇ ਲਈ ਇੰਪੋਰਟੈਂਟ ਨੇ। ਸੋ ਇਹ ਇੱਕ ਜਿਹੜਾ ਪੋਜ਼ਿਟਿਵ ਐਟੀਟਿਊਡ ਕਿਸੇ ਦਾ ਵੀ ਹੋਏਗਾ, ਉਹਦੇ ਇਹ ਲੱਖਣ ਹੋਣਗੇ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਆਪਣੇ ਆਪ ਵਿੱਚ ਸਕਾਰਾਤਮਕ ਪੋਜ਼ਿਟਿਵ ਐਟੀਟਿਊਡ ਡਿਵੈਲਪ ਕਰਨਾ ਚਾਹੁੰਦੇ ਹੋ, ਕਿ ਤੁਹਾਡਾ ਐਟੀਟਿਊਡ ਅਜੇ ਭਾਵੇਂ ਕਿਵੇਂ ਦਾ ਵੀ ਹੈ, ਨੈਗੇਟਿਵ ਹੈ, ਪੋਜ਼ਿਟਿਵ ਹੈ, ਤੁਸੀਂ ਹੋਰ ਪੋਜ਼ਿਟਿਵ ਵੱਲ ਜਾਣਾ ਚਾਹੁੰਦੇ ਹੋ, ਤਾਂ ਤੁਹਾਡੇ ਅੰਦਰ ਇਹ 3 ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਕਿ ਤੁਸੀਂ ਅਵੇਅਰ ਹੋਵੋ ਪਹਿਲਾਂ ਤਾਂ, ਕਿ ਜਾਗਰੂਕ ਹੋਵੋ ਕਿ ਤੁਹਾਡਾ ਹਜੇ ਰਵੱਈਆ ਕਿਵੇਂ ਦਾ ਹੈ, ਤੁਹਾਨੂੰ ਕੀ ਲੱਗਦਾ ਹੈ। ਕਿਉਂਕਿ ਕਈ ਵਾਰੀ ਹੁੰਦਾ ਕਿ ਸਾਨੂੰ ਪਤਾ ਹੁੰਦਾ ਕਿ ਸਾਡਾ ਜਿਹੜਾ ਜ਼ਿਆਦਾਤਰ ਸਿਚੁਏਸ਼ਨ 'ਚ ਅਸੀਂ ਨੈਗੇਟਿਵ ਜਿਹੜਾ ਹੈ ਰਿਸਪੋਂਡ ਕਰਦੇ ਹਾਂ, ਪਰ ਫਿਰ ਵੀ ਅਸੀਂ ਪੋਜ਼ਿਟਿਵ ਵੱਲ ਜਾਂਦੇ ਨਹੀਂ। ਕਿਉਂਕਿ ਪੋਜ਼ਿਟਿਵ ਵੱਲ ਜਾਣਾ
ਉਹ ਤਾਂ ਹੀ ਪੋਸੀਬਲ ਹੋਏਗਾ ਜੇ ਅਸੀਂ ਆਪਣੇ ਵਿੱਚ ਕੁਛ ਬਦਲਾਅ ਲਿਆਵਾਂਗੇ ਤੇ ਬਦਲਾਅ ਜਿਹੜਾ ਹੁੰਦਾ ਹੈ ਉਹ ਥੋੜਾ ਪੇਨਫੁਲ ਹੁੰਦਾ ਹੈ। ਉਹ ਕੰਫਰਟ ਜ਼ੋਨ ਤੋਂ ਬਾਹਰ ਦੀ ਗੱਲ ਹੈ ਕਿ ਸਾਨੂੰ ਆਪਣੇ ਜਿਹੜਾ ਵੀ ਜਿੱਥੇ ਵੀ ਅਸੀਂ ਰਹਿ ਰਹੇ ਹਾਂ ਥੋੜਾ ਜਿਹਾ ਆਪਾਂ ਨੂੰ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਆਉਣਾ ਪਏਗਾ ਤਾਂ ਹੀ ਅਸੀਂ ਉਸ ਜਿਹੜਾ ਬਦਲਾਅ ਨੂੰ ਉਹ ਸਵੀਕਾਰ ਕਰ ਪਾਵਾਂਗੇ। ਸੋ ਇਸ ਕਰਕੇ ਜਦੋਂ ਆਪਾਂ ਆਪਣੇ ਰਵੱਈਏ ਨੂੰ ਚੇਂਜ ਕਰਨਾ ਹੈ ਤੇ ਉਹਦੇ ਵਾਸਤੇ ਕੁਛ ਨਾ ਕੁਛ ਤਾਂ ਆਪਣੇ ਅੰਦਰ ਬਦਲਾਅ ਜਿਹੜਾ ਹੈ ਪੇਨ ਹੋਣਗੀਆਂ, ਪਰ ਉਹਦੇ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਜਾਗਰੂਕ ਹੋਵੋ ਕਿ ਅਸੀਂ ਕਿੱਥੇ-ਕਿੱਥੇ ਨੈਗੇਟਿਵ ਹੁੰਨੇ ਆ, ਕਿੱਥੇ-ਕਿੱਥੇ ਸਾਨੂੰ ਆਪਣੇ ਆਪ ਨੂੰ ਚੇਂਜ ਕਰਨ ਦੀ ਲੋੜ ਹੈ, ਕਿ ਹੁਣ ਅਸੀਂ ਪੋਜ਼ਿਟਿਵ ਹੋਣਾ ਹੈ। ਸੈਕੰਡ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਜਿਹੜਾ ਹੈ ਆਪਣੇ ਤੁਹਾਡੇ ਅੰਦਰ ਇੱਕ ਤਾਂਘ ਹੋਣੀ ਚਾਹੀਦੀ ਹੈ ਕਿ ਤੁਸੀਂ ਸਕਾਰਾਤਮਕ ਬਣਨਾ ਹੈ। ਤੀਜਾ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਲਾਈਫ ਨੂੰ ਡਿਸਿਪਲਿਨ ਕਰਨਾ ਸ਼ੁਰੂ ਕਰ ਦਿਓ ਤੇ ਜਿਵੇਂ-ਜਿਵੇਂ, ਜੋ-ਜੋ ਪ੍ਰਿੰਸੀਪਲਸ ਨੇ ਪੋਜ਼ਿਟਿਵ ਐਟੀਟਿਊਡ ਤੇ, ਉਹ ਤੁਸੀਂ ਆਪਣੇ ਅੰਦਰ ਡਿਵੈਲਪ ਕਰਨਾ ਸ਼ੁਰੂ ਕਰੋ। ਹੁਣ ਜਿਹੜੇ ਪ੍ਰਿੰਸੀਪਲਸ ਦੀ ਉਹ ਗੱਲ ਕਰਦੇ ਨੇ, 8 ਪ੍ਰਿੰਸੀਪਲਸ ਉਹਨਾਂ ਨੇ ਫਸਟ ਚੈਪਟਰ 'ਚ ਸਾਨੂੰ ਦੱਸੇ ਹੋਏ ਨੇ। ਇੱਕ-ਇੱਕ ਕਰਕੇ ਆਪਾਂ ਸਾਰੇ ਲਵਾਂਗੇ ਤੇ ਲਾਸਟ 'ਚ ਉਹਨਾਂ ਨੇ ਇੱਕ ਐਕਸ਼ਨ ਪਲਾਨ ਦਿੱਤਾ ਹੈ ਕਿ ਤੁਸੀਂ ਹੁਣ ਇਹ 8 ਪ੍ਰਿੰਸੀਪਲਸ ਜਾਣ ਲਏ, ਇਸ ਤੋਂ ਬਾਅਦ ਹੁਣ ਤੁਸੀਂ ਆਪਣੇ ਆਪ ਤੇ ਕਿਵੇਂ ਵਰਕ ਕਰਨਾ ਹੈ। ਤੇ ਜਦੋਂ ਇਹ ਕਿਤਾਬ ਸ਼ੁਰੂ ਹੁੰਦੀ ਹੈ ਤਾਂ ਸ਼ਿਵ ਖੇੜਾ ਜੀ ਦੱਸਦੇ ਨੇ ਕਿ ਬਹੁਤ ਹੀ ਆਰਾਮ ਨਾਲ ਤੁਸੀਂ ਇਸ ਕਿਤਾਬ ਨੂੰ ਪੜ੍ਹਨਾ ਹੈ ਜਦੋਂ ਤੱਕ ਤੁਹਾਡਾ ਇੱਕ ਪਹਿਲਾ ਜਿਹੜਾ ਸਬਕ ਹੈ ਉਹ ਕਲੀਅਰ ਨਹੀਂ ਹੁੰਦਾ, ਸੈਕੰਡ ਚੈਪਟਰ ਤੇ ਜੰਪ ਨਹੀਂ ਕਰਨਾ। ਸੋ ਬਹੁਤ ਹੀ ਮਤਲਬ ਉਹਨਾਂ ਨੇ ਜੋ-ਜੋ ਇੱਕ-ਇੱਕ ਚੀਜ਼ ਇਹਦੇ ਵਿੱਚ ਲਿਖੀ ਹੋਈ ਹੈ, ਉਹ ਬਹੁਤ ਹੀ ਕੀਮਤੀ ਹੈ ਤੇ ਉਹਦੇ ਨਾਲ ਮੈਂ ਕਾਫ਼ੀ ਰਿਲੇਟ ਵੀ ਕੀਤਾ ਪਰਸਨਲੀ ਜੋ ਮੇਰੇ ਆਪਣੇ ਓਪੀਨੀਅਨਸ ਹਨ, ਉਹਦੇ ਨਾਲ ਕਾਫ਼ੀ ਜਿਹੜਾ ਹੈ ਉਹ ਮੈਚ ਹੋਈਆਂ। ਸੋ ਜਿਹੜੇ 8 ਪ੍ਰਿੰਸੀਪਲਸ ਨੇ ਉਹਨਾਂ ਵਿੱਚੋਂ ਸਭ ਤੋਂ ਪਹਿਲਾ ਪ੍ਰਿੰਸੀਪਲ ਉਹਨਾਂ ਨੇ ਦੱਸਿਆ ਕਿ ਸਕਾਰਾਤਮਕ ਜਿਹੜਾ ਹੈ ਉਹ ਦੇਖੋ। ਇੱਕ ਉਹਦੇ ਵਿੱਚ ਉਹ ਸਟੋਰੀ ਦੱਸਦੇ ਨੇ ਐਂਡਰਿਊ ਕਾਰਨੇਗੀ ਦੀ। ਇਹ ਐਂਡਰਿਊ ਕਾਰਨੇਗੀ USA ਵਿੱਚ ਆਏ ਸੀ ਤੇ ਅਮਰੀਕਾ ਵਿੱਚ ਆਏ ਸੀ, ਉਦੋਂ ਉਹਨਾਂ ਕੋਲ ਕੁਛ ਵੀ ਨਹੀਂ ਸੀ ਤੇ ਉਸ ਤੋਂ ਬਾਅਦ ਉਹ ਜਿਹੜਾ ਹੈ ਉਹਨਾਂ ਨੇ ਪ੍ਰੋਗਰੈਸ ਕੀਤੀ, ਉਹ ਮਿਲੀਅਨੇਅਰ ਬਣ ਗਏ। ਸੋ ਇਹ ਜਿਹੜੇ ਮਿਲੀਅਨੇਅਰ ਉਹ ਬਣੇ ਤੇ ਉਹਨਾਂ ਨੇ ਕਾਫ਼ੀ ਲੋਕਾਂ ਨਾਲ ਜਿਹੜਾ ਹੈ ਆਪਣੀ ਲਾਈਫ ਵਿੱਚ ਡੀਲ ਕੀਤਾ, ਕਾਫ਼ੀ ਲੋਕਾਂ ਨਾਲ ਗੱਲਬਾਤ ਕੀਤੀ, ਆਪਣੇ ਜੋ ਵੀ ਉਹਨਾਂ ਦਾ ਸਟਰਗਲ ਪਾਰਟ ਰਿਹਾ। ਤੇ ਲੇਖਕ ਉਹਨਾਂ ਤੋਂ ਪੁੱਛਦਾ ਹੈ ਕਿ ਤੁਹਾਨੂੰ ਕੀ ਇਹਦੇ ਵਿੱਚੋਂ ਪਤਾ ਲੱਗਿਆ ਲੋਕਾਂ ਬਾਰੇ? ਕਿ ਤੁਸੀਂ ਪਹਿਲਾਂ ਕੁਛ ਵੀ ਨਹੀਂ ਸੀ, ਲੋਕਾਂ ਦੇ ਨਾਲ ਡੀਲ ਕਰਦੇ-ਕਰਦੇ ਤੁਸੀਂ ਇੰਨੇ ਅਮੀਰ ਬਣ ਗਏ, ਤਾਂ ਤੁਹਾਨੂੰ ਕੀ ਪਤਾ ਲੱਗਿਆ? ਤੇ ਉਹਨਾਂ ਨੇ ਇਹੀ ਕਿਹਾ ਕਿ ਲੋਕਾਂ ਦੇ ਨਾਲ ਗੱਲ ਕਰਨਾ ਐਵੇਂ ਹੈ ਜਿਵੇਂ ਕਿਸੇ ਸੋਨੇ ਦੇ ਖਾਣ ਨੂੰ ਆਪਾਂ ਖੋਦ ਰਹੇ ਹਾਂ, ਕਿ ਉੱਪਰੋਂ-ਉੱਪਰੋਂ ਸਾਨੂੰ ਕੁਛ ਨਹੀਂ ਲੱਭੇਗਾ, ਨੈਗੇਟਿਵ ਮਿਲੇਗਾ, ਧੂੜ-ਮਿੱਟੀ ਮਿਲੇਗੀ, ਬਹੁਤ ਹੀ ਹੋਰ ਕੁਛ ਪਰਤਾਂ ਨਿਕਲਣਗੀਆਂ। ਫਿਰ ਹੌਲੀ-ਹੌਲੀ, ਹੌਲੀ ਬਹੁਤ ਜ਼ਿਆਦਾ ਖੋਦ ਕੇ ਸਾਨੂੰ ਕੁਛ ਸੋਨਾ ਮਿਲੇਗਾ, ਜੋ ਕਿ ਬਹੁਤ ਕੀਮਤੀ ਹੋਏਗਾ। ਕਹਿੰਦੇ ਇਸੇ ਤਰੀਕੇ ਨਾਲ ਲੋਕ ਨੇ ਸ਼ੁਰੂਆਤ ਵਿੱਚ ਤੁਹਾਨੂੰ ਹੋ ਸਕਦਾ ਹੈ ਕਿ ਕੁਛ ਵਧੀਆ ਲੱਗਣ, ਕੁਛ ਤੁਹਾਨੂੰ ਲੱਗਦਾ ਕਿਸੇ ਦੇ ਕੋਈ ਹੈਬਿਟਸ ਨੇ, ਕੁਛ ਐਵੇਂ ਦੀਆਂ ਗੱਲਾਂ ਨੇ ਜੋ ਤੁਹਾਨੂੰ ਨਾ ਚੰਗੀਆਂ ਲੱਗਣ। ਜਿਵੇਂ ਤੁਸੀਂ ਖੋਦਦੇ ਜਾਓਗੇ ਹੋ ਸਕਦਾ ਤੁਹਾਨੂੰ ਹੋਰ ਨੈਗੇਟਿਵਿਟੀ ਉਹਨਾਂ ਵਿੱਚੋਂ ਤੁਹਾਨੂੰ ਦੇਖਣ ਨੂੰ ਮਿਲੇ। ਪਰ ਜਿਵੇਂ-ਜਿਵੇਂ ਤੁਸੀਂ ਖੋਜੋਗੇ, ਇਹ ਨਹੀਂ ਹੋ ਸਕਦਾ ਕਿ ਤੁਹਾਨੂੰ ਲਾਸਟ ਵਿੱਚ ਕੁਛ ਪੋਜ਼ਿਟਿਵ ਨਾ ਮਿਲੇ। ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਸਾਰੇ ਦੇ ਸਾਰੇ ਅਸੀਂ ਪ੍ਰਮਾਤਮਾ ਦੇ ਅੰਸ਼ ਹਾਂ ਤੇ ਪ੍ਰਮਾਤਮਾ ਇੰਨਾ ਵੱਡਾ ਹੈ ਤੇ ਅਸੀਂ ਸਾਰੇ ਉਹਦੀ ਅੰਸ਼ ਹਾਂ। ਬਟ ਉਹ ਜਿਹੜੀ ਅੰਸ਼ ਹੈ, ਉਹਦਾ ਜਿਹੜਾ ਆਪਣਾ ਨੈਚੁਰਲ ਸੁਭਾਅ ਹੈ, ਉਹ ਕਿਤੇ ਲੁਕ ਗਿਆ ਹੈ। ਉਹਦੇ ਉੱਪਰ ਹੋਰ ਪਰਤਾਂ ਬਹੁਤ ਆ ਗਈਆਂ ਨੇ। ਸੋ ਉਹ ਪਰਤਾਂ ਨੂੰ ਜਿਵੇਂ-ਜਿਵੇਂ ਆਪਾਂ ਕ੍ਰੋਸ ਕਰਾਂਗੇ ਤਾਂ ਅਸੀਂ ਉਸ ਓਰੀਜਿਨ ਤੱਕ ਪਹੁੰਚ ਪਾਵਾਂਗੇ ਜਿੱਥੇ ਉਹ ਅਸਲ ਵਿੱਚ ਉਹ ਮਨੁੱਖ ਹੈਗਾ ਹੈ। ਸੋ ਉਹ ਇਸ ਕਰਕੇ ਉਹ ਦੱਸਦੇ ਨੇ ਕਿ ਇਸ ਕਰਕੇ ਹਰ ਇੱਕ ਦੇ ਅੰਦਰ ਉਹ ਪ੍ਰਮਾਤਮਾ ਦੀ ਜੋਤ ਹੈ ਤੇ ਉਸ ਜੋਤ ਨੂੰ ਦੇਖ ਕੇ ਸਮਝ ਕੇ ਹੀ ਤੁਸੀਂ ਜਿਹੜਾ ਹੈ ਆਪਣੇ ਆਪ ਨੂੰ ਸਕਾਰਾਤਮਕ ਰੱਖੋ ਕਿ ਹੌਲੀ-ਹੌਲੀ ਜਿਵੇਂ-ਜਿਵੇਂ ਤੁਸੀਂ ਲੋਕਾਂ ਬਾਰੇ ਗਹਿਰਾ ਜਾਣਦੇ ਜਾਓਗੇ, ਇੱਕ ਪੁਆਇੰਟ ਆਏਗਾ ਕਿ ਤੁਹਾਨੂੰ ਉਹ ਜੋਤ ਜਿਹੜੀ ਹੈ ਉਹ ਦਿਸਣੀ ਸ਼ੁਰੂ ਹੋਏਗੀ। ਪਰ ਉਹ ਜੋਤ ਵੀ ਆਪਾਂ ਉਹਦੇ ਵਾਸਤੇ ਇਹ ਵੀ ਹੈ ਜੋ ਮੈਂ ਪਰਸਨਲੀ ਫੀਲ ਕਰਦੀ ਹਾਂ ਕਿ ਅਸੀਂ ਆਪਣੇ ਆਪ ਨੂੰ ਦੇਖੀਏ। ਕਿ ਹੌਲੀ-ਹੌਲੀ ਜਿਵੇਂ ਆਪਾਂ ਮਤਲਬ ਕਾਫ਼ੀ ਲੋਕ ਮੈਡੀਟੇਸ਼ਨ ਕਰਦੇ ਹੋਣਗੇ ਤਾਂ ਸਟਾਰਟਿੰਗ ਵਿੱਚ ਜਿਹੜਾ ਹੈ ਮਨ ਬਹੁਤ ਜਿਹੜਾ ਹੈ ਉਹ ਵਿਚਾਰਾਂ ਵਿੱਚ ਹੁੰਦਾ ਹੈ। ਪਰ ਜਿਵੇਂ-ਜਿਵੇਂ ਆਪਾਂ ਇਸ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਅੰਦਰ ਡੂੰਘਾਈ ਵਿੱਚ ਜਾਂਦੇ ਹਾਂ ਤਾਂ ਸਾਨੂੰ ਵੀ ਉਸ ਪ੍ਰਮਾਤਮਾ ਦੀ ਕੁਛ ਝਲਕ ਮਹਿਸੂਸ ਹੁੰਦੀ ਹੈ ਆਪਣੇ ਅੰਦਰ ਕਿ ਅਸੀਂ ਉਸਦੇ ਬੱਚੇ ਹਾਂ। ਜਦੋਂ ਆਪਣੇ ਅੰਦਰ ਹੋ ਜਾਂਦੀ ਹੈ ਫਿਰ ਆਪਾਂ ਸਾਰਿਆਂ ਦੇ ਅੰਦਰ ਸਾਨੂੰ ਦੇਖਣਾ ਸੌਖਾ ਹੋ ਜਾਂਦਾ ਹੈ। ਸੋ ਜਦੋਂ ਉਹ ਦਿਖ ਜਾਂਦੇ ਫਿਰ ਪੋਜ਼ਿਟਿਵਿਟੀ ਜਿਹੜੀ ਹੈ ਉਹ ਸਾਡੇ ਅੰਦਰ ਆਉਂਦੀ ਹੈ। ਉਸ ਤੋਂ ਬਾਅਦ ਉਹਨਾਂ ਨੇ ਸੈਕੰਡ ਪੁਆਇੰਟ ਜਿਹੜਾ ਪ੍ਰਿੰਸੀਪਲ ਦੱਸਿਆ ਕਿ ਕੰਮ ਕਰਨ ਦੀ ਹੁਣੇ ਕੰਮ ਕਰਨ ਦੀ ਮਤਲਬ ਆਦਤ ਪਾਓ। ਜੋ ਆਪਾਂ ਕਹਿੰਦੇ ਕਿ ਪ੍ਰੋਕਾਸਟੀਨੇਸ਼ਨ ਨਹੀਂ ਕਰਨੀ, ਕਿ ਜੋ ਵੀ ਕੰਮ ਅੱਜ ਤੁਸੀਂ ਕਰ ਸਕਦੇ ਹੋ, ਉਹ ਤੁਸੀਂ ਅੱਜ ਹੀ ਕਰ ਦਓ। ਤੇ ਕਿਉਂਕਿ ਆਪਾਂ ਸਾਰਿਆਂ ਨੇ ਫੀਲ ਕੀਤਾ ਹੋਏਗਾ ਕਿ ਅਸੀਂ ਸਵੇਰੇ ਜੇ ਕੋਈ ਲਿਸਟ ਆਪਾਂ ਵਿੱਚੋਂ ਬਣਾਉਂਦੇ ਹਾਂ ਜਾਂ ਆਪਣਾ ਸੋਚਦੇ ਹਾਂ ਸਵੇਰੇ ਕਿ ਇਹ ਆਪਾਂ ਕੰਮ ਕਰਨੇ ਨੇ ਤੇ ਉਹਨਾਂ ਵਿੱਚੋਂ ਜੇ ਆਪਾਂ ਕੰਮ ਕਰ ਲੈਂਦੇ ਹਾਂ ਜਿਹੜੇ ਇੰਪੋਰਟੈਂਟ ਨੇ ਪ੍ਰਾਇੋਰਟੀ ਜਿਨ੍ਹਾਂ ਦੀ ਹੈਗੀ ਉਹ ਆਪਣੇ ਕੰਮ ਹੋ ਜਾਂਦੇ ਨੇ ਤੇ ਸਾਡੇ ਅੰਦਰ ਇੱਕ ਸੈਂਸ ਆਫ ਸੈਟਿਸਫੈਕਸ਼ਨ ਫੁਲਫਿਲਮੈਂਟ ਆਉਂਦੀ ਹੈ। ਸਾਨੂੰ ਆਪਣੇ ਆਪ ਨੂੰ ਐਨਰਜਾਈਜ਼ਡ ਫੀਲ ਹੁੰਦਾ ਹੈ ਕਿ ਹਾਂ ਅੱਜ ਦਾ ਮੇਰਾ ਜਿਹੜਾ ਦਿਨ ਹੈ ਉਹ ਵਧੀਆ ਰਿਹਾ, ਮੈਂ ਇਹ ਵੀ ਕੰਮ ਕਰਤਾ, ਮੈਂ ਸਾਰੇ ਕੰਮ ਕਰਤੇ।
ਤੇ ਜੇ ਆਪਣਾ ਕੋਈ ਇਹੋ ਜਿਹਾ ਕੰਮ ਜੋ ਪ੍ਰਾਇਓਰਿਟੀ ਵਾਲਾ ਸੀ ਤੇ ਉਹ ਨਹੀਂ ਹੋ ਪਾਇਆ, ਆਪਾਂ ਟਾਲ-ਮਟੋਲ ਕਰ ਰਹੇ ਹਾਂ, ਤੇ ਉਹ ਸਾਡੇ ਅੰਦਰ ਬਹੁਤ ਹੀ ਇੱਕ ਚਿੰਤਾ ਵਾਲਾ ਮਾਹੌਲ ਪੈਦਾ ਕਰ ਦਿੰਦਾ ਹੈ ਕਿ ਸਾਨੂੰ ਆਪਣੇ ਆਪ ਦੀ ਨਜ਼ਰਾਂ ਵਿੱਚ ਥੋੜਾ ਨੀਵਾਂ ਕਰ ਦਿੰਦਾ ਹੈ ਕਿ ਤੁਸੀਂ ਅੱਜ ਇਹ ਨਹੀਂ ਕਰ ਪਾਏ, ਤੁਸੀਂ ਆਪਣਾ ਜਿਹੜੀ એનર્ਜੀ ਜਾਂ ਟਾਈਮ ਹੈ ਉਹ ਵੇਸਟ ਕੀਤਾ ਕਿਤੇ ਹੋਰ। ਸੋ ਇਸ ਕਰਕੇ ਲੇਖਕ ਕਹਿੰਦਾ ਕਿ ਜੋ ਤੁਸੀਂ ਕੰਮ ਅੱਜ ਕਰ ਸਕਦੇ ਹੋ, ਉਹ ਅੱਜ ਕਰ ਦਿਓ। ਤੇ ਇੱਕ ਹੋਰ ਵੀ ਹੈ ਕਿ ਜੇ ਆਪਾਂ ਪ੍ਰੋਕਾਸਟੀਨੇਟ ਕਰਦੇ ਰਹਿੰਦੇ ਹਾਂ, ਅੱਗੇ ਵਾਸਤੇ ਆਪਾਂ ਲਮਕਾਉਂਦੇ ਰਹਿੰਦੇ ਹਾਂ ਕੰਮ ਨੂੰ, ਤਾਂ ਫਿਰ ਉਹਦੇ ਨਾਲ ਜਿਹੜੀ ਹੈ ਸਾਡੀ ਜਿਹੜੀ ਆਤਮਕ ਸ਼ਕਤੀ ਹੈ ਉਹ ਵੀ ਘੱਟਦੀ ਹੈ। ਤੇ ਆਪਣੇ ਅੰਦਰ ਜਿਹੜੀ ਆਪਣੇ ਉੱਪਰ ਇੱਕ ਕੌਨਫੀਡੈਂਸ ਹੁੰਦਾ ਹੈ, ਉਹ ਵੀ ਘੱਟਦਾ ਜਾਂਦਾ ਹੈ, ਫਰਸਟ੍ਰੇਸ਼ਨ ਵੀ ਆਉਂਦੀ ਹੈ। ਸੋ ਇਸ ਕਰਕੇ ਸੈਕੰਡ ਪ੍ਰਿੰਸੀਪਲ ਜਿਹੜਾ ਜੀ ਦੱਸਦੇ ਨੇ ਕਿ ਜੋ ਕੰਮ ਤੁਸੀਂ ਅੱਜ ਕਰ ਸਕਦੇ ਹੋ, ਉਹ ਅੱਜ ਕਰ ਦਿਓ। ਥਰਡ ਪੁਆਇੰਟ ਉਹ ਦੱਸਦੇ ਨੇ ਕਿ ਗ੍ਰੈਟੀਟਿਊਡ, ਸ਼ੁਕਰਾਨੇ ਵਿੱਚ ਰਹੋ। ਮੈਂ ਇੱਕ ਹੋਰ ਲੀਡਰ ਨੂੰ ਸੁਣ ਰਹੀ ਸੀ, ਇੱਕ ਸਪੀਕਰ ਨੇ ਬਹੁਤ ਹੀ ਮੋਟੀਵੇਸ਼ਨਲ, ਤੇ ਉਹ ਦੱਸਦੇ ਨੇ ਕਿ ਜਿਵੇਂ ਆਪਣੇ ਕੋਲ ਬੈਂਕ ਬੈਲੈਂਸ ਹੋਵੇ, ਵਧੀਆ ਬੈਂਕ ਬੈਲੈਂਸ ਹੋਵੇ, ਤਾਂ ਆਪਾਂ ਕੋਈ ਚੀਜ਼ ਲੈਣੀ ਹੋਵੇ ਤਾਂ ਸਾਨੂੰ ਸੋਚਣਾ ਨਹੀਂ ਪੈਂਦਾ। ਤੇ ਇਸ ਕਰਕੇ ਜਿਹੜਾ ਬੈਂਕ ਬੈਲੈਂਸ ਜੇ ਨਾ ਹੋਵੇਗਾ, ਫਿਰ ਆਪਾਂ ਕੋਈ ਵੀ ਚੀਜ਼ ਲੈਣੀ ਹੋਏਗੀ ਤੇ ਨਹੀਂ ਆਪਣੇ ਕੋਲ ਪੈਸੇ ਹੋਣਗੇ ਤਾਂ ਆਪਾਂ ਨਹੀਂ ਲੈ ਸਕਦੇ। ਸੋ ਹੁਣ ਆਪਣੇ ਕੋਲ ਬੈਂਕ ਬੈਲੈਂਸ ਜੇ ਘੱਟ ਹੈ, ਆਪਣੇ ਕਰਮ ਓਨੇ ਹੈ ਨਹੀਂ, ਤੇ ਆਪਾਂ ਸੋਚਦੇ ਹਾਂ ਕਿ ਸਾਨੂੰ ਆਹ ਮਿਲ ਜਾਏ, ਉਹ ਨਹੀਂ ਪੋਸੀਬਲ। ਪਰ ਆਪਾਂ ਇਹ ਜ਼ਰੂਰ ਕਰ ਸਕਦੇ ਹਾਂ ਕਿ ਆਪਣੇ ਜਿਹੜੇ ਕਰਮ ਨੇ, ਭਾਗ ਨੇ, ਉਹ ਵਧੀਆ ਕਰ ਸਕਦੇ ਹਾਂ। ਕਿ ਸਾਰੇ ਲੋਕ ਪਰਮਾਤਮਾ ਤੋਂ ਬਹੁਤ ਬਹੁਤ ਕੁਛ ਮੰਗਦੇ ਨੇ, ਬਟ ਕਈਆਂ ਦਾ ਉਹ ਪੂਰਾ ਹੋ ਜਾਂਦਾ ਹੈ, ਕਈਆਂ ਨੂੰ ਨਹੀਂ। ਸੋ ਉਹ ਪ੍ਰਮਾਤਮਾ ਜਿਹੜਾ ਹੈ ਉਹ ਪਾਤਰਤਾ ਦੇਖਦਾ ਹੈ ਕਿ ਕਿੰਨੀ ਕੁ ਪਾਤਰਤਾ ਹੈ, ਤੇ ਆਪਣੀ ਜਿਹੜੀ ਪਾਤਰਤਾ ਹੈ ਉਹ ਤਾਂ ਹੀ ਵਧੇਗੀ ਜਦੋਂ ਆਪਣੇ ਅੰਦਰ ਇੱਕ ਸ਼ੁਕਰਾਨਾ ਹੋਏਗਾ ਕਿ ਜੋ ਸਾਡੇ ਕੋਲ ਚੀਜ਼ਾਂ ਨੇ, ਅਸੀਂ ਉਹਨਾਂ ਵਾਸਤੇ ਸ਼ੁਕਰਗੁਜ਼ਾਰ ਹਾਂ, ਤੇ ਜੋ ਸਾਡੇ ਕੋਲ ਚੀਜ਼ਾਂ ਹੈਗੀਆਂ ਨੇ, ਅਸੀਂ ਉਹਨਾਂ ਦੀ ਵੈਲਿਊ ਪਹਿਲਾਂ ਸਮਝੀਏ। ਤਾਂ ਹੀ ਅਸੀਂ ਹੋਰ ਦੀ ਆਸ ਕਰ ਸਕਦੇ ਹਾਂ ਕਿ ਜੋ ਪਰਮਾਤਮਾ ਨੇ ਪਹਿਲਾਂ ਹੀ ਦਿੱਤਾ ਹੋਇਆ, ਉਹਦੇ ਪ੍ਰਤੀ ਤੁਸੀਂ ਪਹਿਲਾਂ ਸ਼ੁਕਰਾਨੇ ਵਿੱਚ ਰਹੋ, ਤਾਂ ਕਿ ਹੋਰ ਜਿਹੜਾ ਹੈ ਪ੍ਰਮਾਤਮਾ ਸਮਝੇ ਕਿ ਤੁਸੀਂ ਜਿਹੜਾ ਹੈ ਇੱਕ ਅੱਛੇ ਬੱਚੇ ਦੀ ਤਰ੍ਹਾਂ ਕਰ ਰਹੇ ਹੋ, ਕਿ ਇਹ ਨਹੀਂ ਕਿ ਮੰਗੀ ਜਾਣਾ ਸਾਰਾ ਦਿਨ, ਪਰ ਇਹ ਹੈ ਕਿ ਜੋ ਤੁਹਾਨੂੰ ਮਿਲ ਗਿਆ ਉਹਦੇ ਵਾਸਤੇ ਸ਼ੁਕਰਾਨੇ ਵਿੱਚ ਰਹੋ, ਜਿਹਦੇ ਕਰਕੇ ਤੁਹਾਡਾ ਬੈਂਕ ਬੈਲੈਂਸ ਜਿਹੜਾ ਕਰਮਾਂ ਦਾ ਬੈਲੈਂਸ ਹੈ ਉਹ ਵਧੇਗਾ, ਤੇ ਤੁਹਾਨੂੰ ਉਹ ਵੀ ਚੀਜ਼ਾਂ ਮਿਲਣਗੀਆਂ ਜੋ ਤੁਸੀਂ ਕਦੇ ਮੰਗੀਆਂ ਵੀ ਨਹੀਂ ਹੋਣਗੀਆਂ। ਸੋ ਇਸ ਕਰਕੇ ਹਰ ਇੱਕ ਆਪਣਾ ਅਧਿਆਤਮ ਵਿੱਚ ਵੀ ਹਰ ਇੱਕ ਜਗ੍ਹਾ ਇਹ ਸਿਖਾਇਆ ਜਾਂਦਾ ਹੈ ਕਿ ਗ੍ਰੈਟੀਟਿਊਡ ਵਿੱਚ ਤੁਸੀਂ ਰਹਿਣਾ ਹੈ, ਸ਼ੁਕਰਾਨੇ ਵਿੱਚ ਰਹਿਣਾ ਹੈ। ਫੋਰਥ ਪ੍ਰਿੰਸੀਪਲ ਉਹ ਦੱਸਦੇ ਨੇ ਕਿ ਜਿਵੇਂ ਭਾਜੀ ਨੇ ਵੀ ਗੱਲ ਕੀਤੀ ਕਿ ਕੰਟੀਨਿਊਸਲੀ ਇੱਕ ਐਜੂਕੇਸ਼ਨ ਪ੍ਰੋਗਰਾਮ ਨਾਲ ਜੁੜੇ ਰਹੋ, ਜਿੱਥੋਂ ਤੁਹਾਨੂੰ ਅਪਡੇਸ਼ਨ ਤੁਹਾਡੇ ਮਾਈਂਡ ਦੀ ਹੁੰਦੀ ਰਵੇ। ਹੁਣ ਐਜੂਕੇਸ਼ਨ ਜਿਹੜੀ ਹੈ ਉਹ ਵੀ ਬੜੀ ਵਰਡ ਜਿਹੜਾ ਟ੍ਰਿਕੀ ਹੈ ਕਿ ਇੱਕ ਤਾਂ ਅਸੀਂ ਲੈ ਰਹੇ ਹਾਂ ਸਕੂਲ 'ਚ ਜਿਹੜੀ ਆਪਾਂ ਨੂੰ ਐਜੂਕੇਸ਼ਨ ਜਾਂ ਫਾਰਮਲ ਐਜੂਕੇਸ਼ਨ ਆਪਾਂ ਕਹਿ ਸਕਦੇ ਹਾਂ ਉਹ ਮਿਲ ਰਹੀ ਹੈ, ਇੰਟੈਲੈਕਚੁਅਲ ਐਜੂਕੇਸ਼ਨ ਸਾਨੂੰ ਮਿਲ ਰਹੀ ਹੈ। ਇੱਕ ਹੁੰਦੀ ਹੈ ਮੋਰਲ ਐਜੂਕੇਸ਼ਨ ਜਿਹੜੀ ਹੈ। ਲੇਖਕ ਦੱਸਦਾ ਕਿ ਜਿਹੜੀ ਆਪਣੇ ਕੋਲ ਇੰਟੈਲੈਕਚੁਅਲ ਐਜੂਕੇਸ਼ਨ ਹੈ ਉਹ ਸਾਡੇ ਦਿਮਾਗ ਤੱਕ ਸੀਮਿਤ ਰਹਿੰਦੀ ਹੈ, ਤੇ ਜਿਹੜੀ ਵੈਲਿਊ ਬੇਸਡ ਐਜੂਕੇਸ਼ਨ ਹੈ ਜਿਹਦੇ 'ਚ ਸਾਨੂੰ ਮੋਰਲ ਵੈਲਿਊ ਸਿਖਾਈਆਂ ਜਾਣ, ਆਪਣਾ ਕੈਰੈਕਟਰ ਬਿਲਡ ਕੀਤਾ ਜਾਏ ਕਿ ਕੰਪੈਸ਼ਨੇਟ ਵੀ ਰਹਿਣਾ ਹੈ, ਆਪਣੇ ਅੰਦਰ ਕਰੇਜ ਵੀ ਹੋਣੀ ਚਾਹੀਦੀ ਹੈ, ਆਪਾਂ ਕਰਟੀਅਸ ਵੀ, ਨਿਮਰ ਸੁਭਾਅ ਦੇ ਵੀ ਹੋਣੇ ਚਾਹੀਦੇ ਆ, ਆਪਣੇ ਅੰਦਰ ਕਮਿਟਮੈਂਟ ਵੀ ਹੋਣੀ ਚਾਹੀਦੀ ਹੈ, ਜਿਹੜੇ ਚੰਗੇ ਗੁਣ ਨੇ, ਸਦਗੁਣ ਆਪਾਂ ਕਹਿ ਸਕਦੇ ਹਾਂ ਕਿ ਉਹ ਜਿਹੜੇ ਚੀਜ਼ ਨੇ ਉਹ ਹਾਰਟ ਨਾਲ ਰਿਲੇਟਡ ਨੇ। ਬਟ ਕਹਿੰਦੇ ਟਰੂ ਐਜੂਕੇਸ਼ਨ ਉਹ ਹੈ ਜੋ ਹਾਰਟ ਤੇ ਹੈਡ ਨੂੰ, ਦਿਲ ਤੇ ਦਿਮਾਗ ਦੋਵਾਂ ਨੂੰ ਪੈਰਲਲ ਲੈ ਕੇ ਚੱਲੇ, ਕਿ ਜਿੱਥੇ ਦਿਮਾਗ ਲਾਉਣ ਦੀ ਲੋੜ ਹੈ, ਅਕਲ ਦੀ ਲੋੜ ਹੈ, ਉੱਥੇ ਅਕਲ ਵੀ ਇਸਤੇਮਾਲ ਹੋਵੇ, ਤੇ ਜਿੱਥੇ ਦਿਲ ਨਾਲ ਭਾਵਨਾਵਾਂ ਨੂੰ ਸਮਝਣ ਦੀ ਲੋੜ ਹੈ, ਫੀਲਿੰਗਸ ਨੂੰ ਸਮਝਣ ਦੀ ਲੋੜ ਹੈ, ਉਹ ਵੀ ਹੋਵੇ। ਸੋ ਜੋ ਵੀ ਕੋਈ ਸਕਾਰਾਤਮਕ ਰਵੱਈਏ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਕੋਈ ਵੀ ਪੋਜ਼ਿਟਿਵ ਇਨਸਾਨ ਹੋਏਗਾ, ਵਾਈਜ਼ ਜਿਹਨੂੰ ਆਪਾਂ ਬੁੱਧੀਮਾਨ ਇਨਸਾਨ ਕਹਿ ਸਕਦੇ ਹਾਂ, ਉਹ ਦਿਲ ਤੇ ਦਿਮਾਗ ਦੋਵਾਂ ਨਾਲ ਕੰਮ ਕਰਦਾ ਹੈ। ਜਿੱਥੇ ਦਿਲ ਦੇ ਨਾਲ ਫੈਸਲੇ ਲੈਣ ਦੀ ਲੋੜ ਹੈ, ਉਹ ਉੱਥੇ ਉਹ ਵੀ ਲੈਂਦੇ ਨੇ, ਜਿੱਥੇ ਦਿਮਾਗ ਵਰਤਣ ਦੀ ਲੋੜ ਹੈ, ਉਹ ਵੀ ਲੈਂਦੇ ਨੇ। ਸੋ ਇੱਥੇ ਜਿਹੜਾ ਲੇਖਕ ਹੈ ਉਹ ਗੱਲ ਕਰਦਾ ਕਿ ਜਿਹੜੇ ਬੁੱਧੀਮਾਨ ਲੋਕ ਨੇ, ਉਹਨਾਂ ਕੋਲ ਇੱਕ ਸਿਕਸਥ ਸੈਂਸ ਹੁੰਦੀ ਹੈ ਕਿ 5 ਸੈਂਸਿਸ ਆਪਾਂ 5 ਗਿਆਨ ਇੰਦਰੀਆਂ ਬਾਰੇ ਪੜ੍ਹਦੇ ਹਾਂ ਕਿ ਆਪਣੇ ਕੋਲ ਅੱਖਾਂ ਨੇ, ਨੱਕ ਹੈ, ਕੰਨ ਹੈ, ਤੇ ਇੱਕ ਸਿਕਸਥ ਸੈਂਸ ਦੀ ਉਹ ਗੱਲ ਕਰਦੇ ਨੇ, ਕਾਮਨ ਸੈਂਸ ਦੀ ਜਿਹੜੇ ਉਹ ਗੱਲ ਕਰਦੇ ਨੇ ਕਿ ਜਿੰਨਾ ਕੋਈ ਬੁੱਧੀਮਾਨ ਵਿਅਕਤੀ ਹੋਏਗਾ ਉਹ ਕਾਮਨ ਸੈਂਸ ਨਾਲ ਕੰਮ ਲੈਂਦਾ ਹੈ, ਕਿਉਂਕਿ ਕਾਮਨ ਸੈਂਸ ਜਿਵੇਂ ਆਪਾਂ ਦਿੰਦੇ ਹਾਂ ਕਿ ਅੱਜ ਕੱਲ੍ਹ ਕਾਮਨ ਨਹੀਂ ਹੈ, ਕਿ ਜੋ ਚੀਜ਼ ਬਿਲਕੁਲ ਪਰਤੱਖ ਹੈ ਉਹਨੂੰ ਦੇਖਣਾ ਮੁਸ਼ਕਿਲ ਹੋ ਰਿਹਾ ਹੈ, ਤੇ ਜਿਹੜੀ ਆਪਣੀ ਜੋ ਅਸੀਂ ਕਿਸੇ ਪ੍ਰਤੀ ਬਣਾਇਆ ਹੋਇਆ ਹੈ ਆਪਣੇ ਮਾਈਂਡ ਵਿੱਚ, ਉਹ ਆਪਾਂ ਦੇਖ ਰਹੇ ਹੁੰਦੇ ਆ ਇਮੇਜ, ਜੋ ਅਸਲ ਵਿੱਚ ਉਹ ਹੈ ਉਹ ਆਪਾਂ ਦੇਖ ਨਹੀਂ ਰਹੇ ਹੁੰਦੇ, ਕਿਉਂਕਿ ਉਹ ਕਾਮਨ ਸੈਂਸ ਅੱਜ ਕੱਲ੍ਹ ਮਿਸਿੰਗ ਹੈ। ਜਿਹੜਾ ਬੁੱਧੀਮਾਨ ਹੈ ਉਹ ਕਾਮਨ ਸੈਂਸ ਵਰਤਦਾ ਹੈ, ਤੇ ਜਿਹੜੀ ਨੌਲੇਜ ਹੈ ਉਹ ਚੀਜ਼ਾਂ ਨੂੰ ਹੋਰ ਕੰਪਲੈਕਸ ਬਣਾਏਗੀ, ਕੋਈ ਵੀ ਚੀਜ਼ ਹੈ ਉਹ ਉਹਨੂੰ ਬਹੁਤ ਕੰਪਲੈਕਸ ਕਰ ਦੇਗਾ, ਜਿਹੜਾ ਬੁੱਧੀਮਾਨ ਹੈ ਉਹ ਉਸ ਨੂੰ ਸਿੰਪਲੀਫਾਈ ਕਰਕੇ ਸਮਝਾ ਦੇਗਾ ਕਿ ਇਹ ਚੀਜ਼ ਐਵੇਂ ਨਹੀਂ ਐਵੇਂ ਹੈ। ਸੋ ਉਹ ਇੱਕ ਨਜ਼ਰੀਏ ਦੀ ਗੱਲ ਹੈ। ਉਸ ਤੋਂ ਬਾਅਦ
5th ਉਹਨਾਂ ਨੇ ਪ੍ਰਿੰਸੀਪਲ ਦਿੱਤਾ ਹੈ ਕਿ ਸਕਾਰਾਤਮਕ ਆਪਣਾ ਆਤਮ ਵਿਸ਼ਵਾਸ ਬਣਾਓ, ਜਿਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ 2 ਤਰ੍ਹਾਂ ਦੇ ਲੋਕ ਹੁੰਦੇ ਨੇ, ਇੱਕ ਲੈਣ ਵਾਲਾ ਤੇ ਇੱਕ ਦੇਣ ਵਾਲਾ। ਇੱਕ ਗਿਵਰ ਹੁੰਦਾ ਹੈ, ਇੱਕ ਟੇਕਰ ਹੁੰਦਾ ਹੈ। ਮਤਲਬ ਜਿੰਨੇ ਵੀ ਤੁਸੀਂ ਵਰਲਡ 'ਚ ਲੋਕ ਦੇਖੋਗੇ ਕਿ ਕਈ ਲੋਕ ਮਤਲਬ ਦੇ ਕੇ ਖੁਸ਼ ਹੁੰਦੇ ਨੇ ਕਿ ਉਹ ਹਮੇਸ਼ਾ ਦੇਣਾ ਚਾਹੁੰਦੇ ਨੇ। ਕਈ ਲੋਕ ਹੁੰਦੇ ਨੇ ਕਿ ਉਹਨਾਂ ਨੂੰ ਲੈਣਾ ਪਸੰਦ ਹੈ, ਉਹ ਦੇਣ 'ਚ ਰਾਜ਼ੀ ਨਹੀਂ ਹੁੰਦੇ। ਸੋ ਇਹਦੇ ਵਿੱਚ ਉਹ ਦੱਸਦੇ ਨੇ ਕਿ ਜਿਹੜਾ ਬੰਦਾ ਦਿੰਦਾ ਹੈ, ਉਹ ਆਰਾਮ ਨਾਲ ਸੌਂਦਾ ਹੈ ਤੇ ਜਿਹੜਾ ਬੰਦਾ ਲੈਂਦਾ ਹੈ, ਉਹ ਆਰਾਮ ਨਾਲ ਖਾਂਦਾ ਹੈ। ਸੋ ਜਿਹੜਾ ਆਪਾਂ ਨੂੰ ਬੇਸਿਕਲੀ ਆਪਣੇ ਮਨ ਨੂੰ ਸ਼ਾਂਤੀ, ਆਪਣੇ ਅੰਤਰਗਤ ਜਿਹੜੀ ਸ਼ਾਂਤੀ ਹੈ, ਉਹ ਦੇ ਕੇ ਹੀ ਮਿਲੇਗੀ। ਕਿਉਂਕਿ ਇਹਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਜੇ ਤੁਸੀਂ ਆਪਣੀ ਸੈਲਫ ਐਸਟੀਮ ਨੂੰ ਵਧਾਉਣਾ ਚਾਹੁੰਦੇ ਹੋ, ਤਾਂ ਤੁਸੀਂ ਉਹਨਾਂ ਦੀ ਹੈਲਪ ਕਰੋ, ਜਿਨ੍ਹਾਂ ਤੋਂ ਤੁਹਾਨੂੰ ਬੈਕ ਮਿਲਣ ਦੀ ਆਸ ਨਾ ਹੋਵੇ। ਕਿ ਉਹਨਾਂ ਦੀ ਹੈਲਪ ਕਰੋ ਜਿਨ੍ਹਾਂ ਤੋਂ ਤੁਹਾਨੂੰ ਕੋਈ ਫਾਈਨੈਂਸ਼ੀਅਲੀ ਜਾਂ ਵੈਸੇ ਹੈਲਪ ਮਿਲਣ ਦੀ ਆਸ ਨਾ ਹੋਵੇ। ਤੁਸੀਂ ਮਤਲਬ ਆਪਣੇ ਆਪ ਨੂੰ ਨਿਸਵਾਰਥ ਹੋ ਕੇ ਤੁਸੀਂ ਜਿਹੜਾ ਹੈ ਉਹ ਜਦੋਂ ਕਿਸੇ ਦੀ ਹੈਲਪ ਕਰਦੇ ਹੋ, ਉਹੀ ਸੇਵਾ ਜਿਹੜੀ ਹੈ ਉਹ ਹੁੰਦੀ ਮੰਨੀ ਜਾਂਦੀ ਹੈ। 6th ਉਹਨਾਂ ਨੇ ਕਿਹਾ ਕਿ ਨਕਾਰਾਤਮਕ ਲੋਕ ਸੰਗਤ ਤੋਂ ਦੂਰ ਰਹੋ, ਨੈਗੇਟਿਵ ਇਨਫਲੂਐਂਸਿੰਗ ਤੋਂ ਦੂਰ ਰਹੋ। ਹੁਣ ਇਹ ਆਪਾਂ ਦੇਖਦੇ ਹਾਂ ਕਿ ਕੋਈ ਵੀ ਬੰਦਾ ਜਿਹੜੀ ਹੈ ਉਹ ਉਸਦੀ ਸੰਗਤ ਮੈਟਰ ਕਰਦੀ ਹੈ ਕਿ ਉਹ ਕਿਹੋ ਜਿਹੀ ਕੰਪਨੀ ਵਿੱਚ ਰਹਿੰਦਾ ਹੈ, ਕਿਹੋ ਜਿਹੇ ਉਹਦਾ ਆਲਾ ਦੁਆਲਾ, ਕਿਹੋ ਜਿਹੇ ਲੋਕ ਉਹ ਰਹਿੰਦਾ ਹੈ। ਸੋ ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹੀ ਮੈਟਰ ਨਹੀਂ ਕਰਦਾ ਕਿ ਤੁਸੀਂ ਕਿਹੋ ਜਿਹੇ ਲੋਕਾਂ ਨਾਲ ਰਹਿੰਦੇ ਹੋ, ਇਹ ਵੀ ਮੈਟਰ ਕਰਦਾ ਕਿ ਤੁਸੀਂ ਕਿਹੋ ਜਿਹੇ ਲੋਕਾਂ ਨਾਲ ਨਹੀਂ ਰਹਿਣਾ। ਕਿ ਤੁਸੀਂ ਕਿੰਨਾ ਲੋਕਾਂ ਦੀ ਸੰਗਤ ਛੱਡਦੇ ਹੋ। ਇਹ ਨਹੀਂ ਕਿ ਕਿੰਨਾ ਤੁਸੀਂ ਕਿੰਨਾਂ ਦੀ ਲੋਕਾਂ ਦੀ ਸੰਗਤ ਕਰਦੇ ਹੋ, ਇਹ ਵੀ ਮੈਟਰ ਕਰਦਾ ਹੈ ਕਿ ਤੁਸੀਂ ਕਿੰਨਾਂ ਦੀ ਲੋਕਾਂ ਦੀ ਜਿਹੜੀ ਸੰਗਤ ਹੈ ਉਹ ਛੱਡਦੇ ਹੋ। ਸੋ ਜਿਹਦੇ ਵਿੱਚ ਉਹਨਾਂ ਨੇ ਡਿਫਰੈਂਟ ਕੰਪਨੀਜ਼ ਦੀ ਗੱਲ ਕੀਤੀ ਕਿ ਕਈ ਜਿਹੜੇ ਨੇ ਉਹ ਨਸ਼ੇ ਵਿੱਚ ਹੁੰਦੇ ਨੇ, ਜਿਹੜਾ ਆਪਣੇ ਅੱਜ-ਕੱਲ੍ਹ ਟੀਵੀਜ਼, ਮੂਵੀਜ਼ ਜੋ ਜਿਵੇਂ ਭਾਜੀ ਗੱਲ ਕਰ ਰਹੇ ਸੀ ਪਰੋਸਿਆ ਜਾ ਰਿਹਾ। ਸੋ ਉਹ ਬਹੁਤ ਹੀ ਸਾਨੂੰ ਫਿਲਟਰ ਕਰਕੇ ਵਾਈਜ਼ਲੀ ਜਿਹੜਾ ਹੈ ਉਹ ਚੂਜ਼ ਕਰਨ ਦੀ ਲੋੜ ਹੈ ਕਿ ਆਪਾਂ ਨੂੰ ਕਿਵੇਂ ਦਾ ਮੈਟਰ ਆਪਣਾ ਜਿਹੜਾ ਹੈ ਉਹ ਅੰਦਰ ਜਾਏ, ਕਿਉਂਕਿ ਇਹ ਸਾਰਾ ਕੁਛ ਸਾਡੇ ਮਾਇੰਡ 'ਚ ਸਬਕੌਂਸ਼ੀਅਸ ਮਾਇੰਡ ਵਿੱਚ ਐਂਟਰ ਕਰਦਾ ਹੈ। ਆਪਾਂ ਜੇ ਸੰਗੀਤ ਵੀ, ਮਿਊਜ਼ਿਕ ਵੀ ਸੁਣ ਰਹੇ ਹਾਂ ਤਾਂ ਉਹ ਆਪਾਂ ਕਿਸ ਕਿਸਮ ਦਾ ਸੁਣ ਰਹੇ ਹਾਂ। ਉਹ ਸਾਡੇ ਜਿਹੜਾ ਸਬਕੌਂਸ਼ੀਅਸ ਨੂੰ ਇਫੈਕਟ ਕਰਦਾ ਹੈ ਤੇ ਆਪਣਾ ਜਿਹੜਾ ਸੋਚਣ ਦਾ ਤਰੀਕਾ ਹੈ, ਉਹ ਉਵੇਂ ਦਾ ਹੀ ਬਣ ਜਾਂਦਾ ਹੈ ਕਿ ਆਪਾਂ ਕਾਹਲਬਾਜ਼ੀ ਕਰਦੇ ਹਾਂ, ਸਹਿਜ ਕਰਦੇ ਹਾਂ, ਹੌਲੀ-ਹੌਲੀ ਕਰਦੇ ਹਾਂ, ਕਿਵੇਂ? ਉਹ ਸਾਰਾ ਕੁਛ ਮੈਟਰ ਕਰਦਾ ਕਿ ਆਪਾਂ ਕੀ ਸੁਣ, ਪੜ੍ਹ, ਵੇਖ ਰਹੇ ਹਾਂ। ਨੈਕਸਟ ਉਹਨਾਂ ਨੇ ਦੱਸਿਆ ਕਿ ਜੋ ਵੀ ਕੰਮ ਤੁਸੀਂ ਕਰਨਾ ਚਾਹੁੰਦੇ ਹੋ, ਉਹਨੂੰ ਪਸੰਦ ਕਰਨਾ ਸ਼ੁਰੂ ਕਰੋ। ਜਿਵੇਂ ਆਪਾਂ ਸਾਰੇ ਹੀ ਚਾਹੁੰਦੇ ਹਾਂ ਕਿ ਆਪਾਂ ਸਿਹਤਮੰਦ ਰਹੀਏ, ਤਾਂ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਐਕਸਰਸਾਈਜ਼ ਕਰਨੀ ਜ਼ਰੂਰੀ ਹੈ, ਅਰਲੀ ਮਾਰਨਿੰਗ ਉੱਠੋ, ਐਕਸਰਸਾਈਜ਼ ਕਰੋ, ਜ਼ਰੂਰੀ ਹੈ। ਸੋ ਪਰ ਆਪਣੇ ਅੰਦਰ ਕਈ ਵਾਰੀ ਹੁੰਦਾ ਹੈ ਉਸ ਕੰਮ ਦੇ ਲਈ ਸਾਡੇ ਅੰਦਰ ਲਗਾਅ ਨਹੀਂ ਪੈਦਾ ਹੋ ਰਿਹਾ। ਸੋ ਇਸ ਕਰਕੇ ਉਸ ਕੰਮ ਨੂੰ ਪਸੰਦ ਕਰਨਾ ਜ਼ਰੂਰੀ ਹੈ ਜੋ ਤੁਸੀਂ ਕਰਨਾ ਚਾਹੁੰਦੇ ਹੋ। ਸੋ ਹੁਣ ਇਹਦੇ ਵਿੱਚ ਉਹਨਾਂ ਨੇ ਇੱਕ ਸਟੈਪ ਦੱਸਿਆ ਕਿ ਫਸਟ ਤੁਸੀਂ ਉਹ ਕੰਮ ਕਰੋ ਜੋ ਜ਼ਰੂਰੀ ਨੇ। ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਾਕ ਕਰਨੀ ਜ਼ਰੂਰੀ ਹੈ, ਐਕਸਰਸਾਈਜ਼ ਕਰਨੀ ਜ਼ਰੂਰੀ ਹੈ। ਸੋ ਇਹ ਜ਼ਰੂਰੀ ਕੰਮ ਨੇ, ਇਹ ਤੁਸੀਂ ਕਰਨੇ ਸ਼ੁਰੂ ਕਰੋ। ਸੈਕਿੰਡ ਉਹਨਾਂ ਨੇ ਕਿਹਾ ਕਿ ਜੋ ਪੋਸੀਬਲ ਨੇ, ਜੋ ਕੀਤੇ ਜਾ ਸਕਦੇ ਨੇ, ਉਹ ਕੰਮ ਕਰੋ। ਸੋ ਇਹ ਬਹੁਤ ਸਾਰੇ ਹੋਰ ਕੰਮ ਆ ਜਾਣਗੇ। ਕਹਿੰਦੇ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਇੰਸਟਰਕਸ਼ਨਸ ਇਸ ਤਰੀਕੇ ਦੀ ਮਾਇੰਡ ਨੂੰ ਦੇਣੀ ਸ਼ੁਰੂ ਕਰ ਦੋਗੇ, ਤਾਂ ਤੁਸੀਂ ਉਹ ਵੀ ਕੰਮ ਕਰ ਜਾਓਗੇ ਜੋ ਤੁਹਾਨੂੰ ਕਦੇ ਇੰਪੋਸੀਬਲ ਲੱਗਦੇ ਸੀ ਕਿ ਮੇਰੇ ਤੋਂ ਤਾਂ ਇਹ ਹੋਣਾ ਨਹੀਂ। ਉਹ ਵੀ ਕੰਮ ਤੁਸੀਂ ਕਰਨ ਲੱਗ ਜਾਓਗੇ। 8th ਪ੍ਰਿੰਸੀਪਲ ਉਹਨਾਂ ਨੇ ਦੱਸਿਆ ਕਿ ਤੁਸੀਂ ਸਕਾਰਾਤਮਕਤਾ ਨਾਲ ਆਪਣੀ ਜਿਹੜੀ ਦਿਨ ਦੀ ਹੈ ਉਹ ਸ਼ੁਰੂਆਤ ਕਰੋ। ਕਿ ਮਾਰਨਿੰਗ ਜਦੋਂ ਤੁਸੀਂ ਉੱਠਦੇ ਹੋ ਤੇ ਉਦੋਂ ਤੁਸੀਂ ਕੀ ਸੁਣਦੇ ਹੋ, ਕੀ ਪੜ੍ਹਦੇ ਹੋ, ਉਹਦੇ ਤੇ ਬਹੁਤ ਹੀ ਆਪਾਂ ਨੂੰ ਫੋਕਸ ਅਵੇਅਰ ਹੋਣ ਦੀ ਲੋੜ ਹੈ। ਕਿ ਕਈਆਂ ਨੂੰ ਆਦਤ ਹੁੰਦੀ ਹੈ ਸਵੇਰੇ ਉੱਠਦੇ ਸਾਰ ਨਿਊਜ਼ਪੇਪਰ ਪੜ੍ਹਨ ਦੀ। ਸੋ ਉਹ ਨਿਊਜ਼ਪੇਪਰ ਵਿੱਚ ਬਹੁਤ ਹੀ ਰੈਂਡਮ ਕੁਛ ਵੀ ਸਾਨੂੰ ਪਰੋਸਿਆ ਜਾ ਰਿਹਾ। ਸੋ ਇਹ ਆਪਾਂ ਨੂੰ ਚੈੱਕ ਕਰਨ ਦੀ ਲੋੜ ਹੈ ਕਿ ਆਪਾਂ ਕੀ ਸੁਣ ਰਹੇ ਹਾਂ, ਕੀ ਪੜ੍ਹ ਰਹੇ ਹਾਂ। ਸੋ ਸਵੇਰੇ ਜਿਵੇਂ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਪ੍ਰਮਾਤਮਾ ਦੇ ਸਨਮੁਖ ਹੋਣ ਦੀ, ਪ੍ਰਾਰਥਨਾ ਕਰਨ ਦੀ, ਪ੍ਰੇਇੰਗ ਦਾ ਟਾਈਮ ਹੁੰਦਾ, ਮੈਡੀਟੇਸ਼ਨ ਦਾ ਟਾਈਮ ਹੁੰਦਾ। ਸੋ ਦੈਟ ਇਜ਼ ਵੈਰੀ ਗੁੱਡ। ਤੇ ਉਸ ਤੋਂ ਬਾਅਦ ਤੁਸੀਂ ਕੀ ਆਪਣੇ ਲਾਈਫ ਵਿੱਚ ਕੀ ਰੀਡ ਕਰਦੇ ਹੋ, ਕੀ ਲਿਸਨ ਕਰਦੇ ਹੋ। ਸੋ ਜੇ ਤੁਸੀਂ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਚਾਹੁੰਦੇ ਹੋ ਤਾਂ ਸਵੇਰੇ ਉੱਠਦੇ ਸਾਰ ਤੁਸੀਂ ਕੁਛ ਪੋਜ਼ਿਟਿਵ ਰੀਡ ਕਰੋ ਤੇ ਸੁਣੋ। ਇਹਦੇ ਨਾਲ ਤੁਹਾਡੇ ਦਿਨ ਦੀ ਜਿਹੜੀ ਸ਼ੁਰੂਆਤ ਹੈ ਉਹ ਪੋਜ਼ਿਟਿਵ ਤਰੀਕੇ ਨਾਲ ਹੋਏਗੀ। ਤਾਂ ਇਹਦਾ ਪੂਰੇ ਡੇ ਤੇ ਜਿਹੜਾ ਹੈ ਉਹ ਫ਼ਰਕ ਇਹਦਾ ਜਿਹੜਾ ਪੈਂਦਾ ਹੈ ਕਿ ਸਾਰੇ ਦਿਨ ਵਿੱਚ ਉਹਦਾ, ਕਿਉਂਕਿ ਆਪਣੇ ਮਾਰਨਿੰਗ ਜਿਹੜਾ ਮਾਇੰਡ ਹੈ ਉਹ ਫਰੈਸ਼ ਹੁੰਦਾ ਹੈ, ਸਬਕੌਂਸ਼ੀਅਸ ਮਾਇੰਡ ਜਿਹੜਾ ਹੈ ਉਹ ਐਕਟਿਵ ਹੁੰਦਾ ਹੈ। ਤੇ ਉਹਦੇ ਵਿੱਚ ਜੋ ਆਪਾਂ ਫੀਡ ਕਰ ਦਿੰਦੇ ਹਾਂ ਉਸ ਵੇਲੇ ਤੇ ਉਹ ਸਾਡੇ ਕੌਨਸ਼ੀਅਸ ਮਾਈਂਡ 'ਚ ਹੌਲੀ-ਹੌਲੀ ਫਲੋ ਕਰਦਾ ਹੈ। ਸੋ ਇਸ ਕਰਕੇ ਦਿਨ ਦੀ ਜਿਹੜੀ ਸ਼ੁਰੂਆਤ ਹੈ ਉਹ ਸਕਾਰਾਤਮਕ ਹੋਣੀ ਬਹੁਤ ਜ਼ਰੂਰੀ ਹੈ। ਸੋ ਇਹ 8 ਪ੍ਰਿੰਸੀਪਲ ਜਿਹੜੇ ਨੇ ਉਹ ਸ਼ਿਵ ਖੇੜਾ ਜੀ ਨੇ ਦੱਸੇ ਨੇ। ਮੈਂ ਇੱਕ ਵਾਰੀ ਜਸਟ ਰਿਵਾਈਜ਼ ਵਾਸਤੇ ਇਹ 8 ਪ੍ਰਿੰਸੀਪਲ ਰਿਪੀਟ ਕਰ ਦੇਣੀ ਆ। ਫਸਟ ਉਹਨਾਂ ਨੇ ਕਿਹਾ ਕਿ ਸਕਾਰਾਤਮਕ ਦੇਖੋ, ਪੋਜ਼ਿਟਿਵ ਦੇਖੋ। ਸੈਕਿੰਡ, ਹੁਣੇ ਕੰਮ ਕਰਨ ਦੀ, ਪ੍ਰੈਜ਼ੈਂਟ 'ਚ ਕੰਮ ਕਰਨ ਦੀ, ਜੋ ਅੱਜ ਕੰਮ ਕਰ ਸਕਦੇ ਹੋ ਅੱਜ ਹੀ ਕਰ ਦਿਓ।
ਥਰਡ ਉਹਨਾਂ ਨੇ ਕਿਹਾ ਕਿ ਸ਼ੁਕਰਾਨੇ ਵਿੱਚ ਰਹੋ। ਫੋਰਥ ਉਹਨਾਂ ਨੇ ਕਿਹਾ ਹੈ ਕਿ ਲਗਾਤਾਰ ਇੱਕ ਐਜੂਕੇਸ਼ਨਲ ਪ੍ਰੋਗਰਾਮ ਨਾਲ ਜੁੜਦੇ ਰਹੋ, ਜਿੱਥੇ ਤੁਹਾਨੂੰ ਤੁਹਾਡੇ ਮਾਈਂਡ ਵਾਸਤੇ ਵਧੀਆ ਖੁਰਾਕ ਮਿਲਦੀ ਰਹੇ। ਫਿਫਥ ਉਹਨਾਂ ਨੇ ਗੱਲ ਕੀਤਾ ਕਿ ਸਕਾਰਾਤਮਕ ਜਿਹੜੀ ਹੈ ਉਹ ਸੈਲਫ ਐਸਟੀਮ, ਆਤਮ ਵਿਸ਼ਵਾਸ ਤੁਸੀਂ ਬਣਾਓ। ਸਿਕਸਥ ਉਹਨਾਂ ਨੇ ਦੱਸਿਆ ਕਿ ਨਕਾਰਾਤਮਕ ਚੀਜ਼ਾਂ ਤੋਂ ਦੂਰ ਰਹੋ। ਸੈਵਨਥ ਜੋ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਪਸੰਦ ਕਰਨਾ ਸ਼ੁਰੂ ਕਰੋ। ਤੇ ਏਟਥ ਉਹਨਾਂ ਨੇ ਦੱਸਿਆ ਕਿ ਆਪਣੇ ਦਿਨ ਦੀ ਸ਼ੁਰੂਆਤ ਜਿਹੜੀ ਹੈ ਉਹ ਸਕਾਰਾਤਮਕ ਢੰਗ ਨਾਲ ਕਰੋ। ਹੁਣ ਇਹਦੇ ਵਿੱਚ ਉਹਨਾਂ ਨੇ 8 ਪ੍ਰਿੰਸੀਪਲ ਸਾਨੂੰ ਦੱਸਦੇ ਤੇ ਇਹਦੇ ਬਾਰੇ ਉਹਨਾਂ ਨੇ ਐਕਸ਼ਨ ਪਲਾਨ ਦੀ ਗੱਲ ਕੀਤੀ ਹੈ ਕਿ ਤੁਸੀਂ ਇਹ ਦੇਖੋ ਕਿ ਹੁਣ 8 ਪ੍ਰਿੰਸੀਪਲਸ ਵਿੱਚੋਂ ਤੁਸੀਂ ਕਿਸ ਤੇ ਕੰਮ ਕਰਨਾ ਸ਼ੁਰੂ ਕਰਨ ਵਾਲੇ ਹੋ ਤੇ ਕਿਹੜੀ ਕੀ ਬਦਲਾਅ ਤੁਸੀਂ ਆਪਣੇ ਆਪ 'ਚ ਲਿਆਓਗੇ। ਆਪਣੇ ਘਰ ਵਿੱਚ, ਆਪਣੇ ਵਰਕ ਏਰੀਆ ਵਿੱਚ ਤੇ ਆਪਣੇ ਸਮਾਜ ਵਿੱਚ ਤੁਸੀਂ ਇਹਨਾਂ ਕਿਹੜੀ ਗੱਲਾਂ ਦਾ ਤੁਸੀਂ ਧਿਆਨ ਰੱਖੋਗੇ ਹੁਣ। ਆਪਣੇ ਲਾਈਫ ਨੂੰ ਕਿਵੇਂ ਡਿਸਿਪਲਿਨ ਕਰੋਗੇ, ਉਹਦੇ ਵਾਸਤੇ ਇੱਕ ਟਾਈਮ ਟੇਬਲ ਬਣਾਓ ਤੇ ਉਹਨੂੰ ਫੋਲੋ ਕਰਨਾ ਸ਼ੁਰੂ ਕਰੋ। ਸੋ ਇਹ ਉਹਨਾਂ ਨੇ ਐਕਸ਼ਨ ਪਲਾਨ ਬਾਰੇ ਗੱਲ ਕੀਤੀ ਹੈ। ਸੋ ਆਈ ਹੋਪ ਮੈਂ ਤੁਹਾਨੂੰ ਕੁਛ ਇਹਦੇ ਵਿੱਚ ਦੱਸ ਪਾਈ ਹੋਵਾਂਗੀ। ਸੋ ਵਿਦ ਦਿਸ ਆਈ ਐਮ ਓਵਰ ਵਿਦ ਦਿਸ ਚੈਪਟਰ। ਥੈਂਕ ਯੂ ਭਾਜੀ।